ਤੁਸੀਂ ਵੇਖ ਰਹੇ ਹੋ ਲਿਬਰਲ ਟੀਵੀ ਪੰਜਾਬੀ। ਮੁੱਦਾ ਅੱਜ ਦਾ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਮੁੱਦਾ ਪੰਜਾਬ ਭਰ ਦੇ ਵਿੱਚ ਚਰਚਾ, ਰਾਜਨੀਤਿਕ ਗਲਿਆਰਿਆਂ ਚਰਚਾ, ਪਾਰਟੀਆਂ ਦੇ ਅੰਦਰ ਚਰਚਾ, ਪੰਜਾਬ ਦੀਆਂ ਸੱਥਾਂ 'ਚ ਚਰਚਾ, ਬੱਸਾਂ 'ਚ ਚਰਚਾ ਕਿ ਸਿੰਗਲਾ ਤੋਂ ਬਾਅਦ ਕੌਣ ਮੰਤਰੀ ਨਹੀਂ ਜਨਾਬ, ਕਿ ਕਿਹਨੇ ਬਣਨਾ, ਟੰਗਿਆ ਕਿਹਨੇ ਜਾਣਾ, ਇਹਦੀ ਚਰਚਾ ਪੰਜਾਬ ਭਰ ਦੇ ਵਿੱਚ ਮੀਡੀਆ ਦੇ ਖੇਤਰ ਦੇ ਵਿੱਚ ਇਹ ਚਰਚਾ ਪੂਰੇ ਜ਼ੋਰਾਂ 'ਤੇ ਆ। ਇੱਥੋਂ ਤੱਕ ਕਿ ਪੰਜਾਬ ਸਕੱਤਰੇਤ ਦੇ ਗਲਿਆਰੇ ਦੇ ਵਿੱਚ, ਪੰਜਾਬ ਸੈਕਟਰੀਏਟ ਦੇ ਕਮਰਿਆਂ ਦੇ ਅੰਦਰ, ਮੰਤਰੀਆਂ ਸੰਤਰੀਆਂ ਅਧਿਕਾਰੀਆਂ ਅਫਸਰਾਂ ਦੇ ਕਮਰਿਆਂ ਦੇ ਅੰਦਰ ਚਾਹ ਦੀਆਂ ਚੁਸਕਿਆਂ ਨਾਲ, ਸਮੋਸਿਆਂ ਨਾਲ, ਬੇਸਣ ਨਾਲ, ਲੱਸੀ ਨਾਲ ਇਹੀ ਚਰਚਾ ਕਿ ਸਿੰਗਲੇ ਤੋਂ ਬਾਅਦ ਹੋਰ ਕੌਣ, ਕਿਹਨੇ ਟੰਗਿਆ ਜਾਣਾ। ਜੀ ਹਾਂ, ਕਹਿੰਦੇ ਕਿ 3 ਮੰਤਰੀ ਰਡਾਰ 'ਤੇ ਸੀ, 2 ਵਿਧਾਇਕ ਅਤੇ ਇੱਕ ਅਧੁੱਕਾ ਅਫਸਰ ਵੀ ਦੱਸੇ ਜਾਂਦੇ ਨੇ। 3 ਮੰਤਰੀਆਂ 'ਚੋਂ ਸਭ ਤੋਂ ਪਹਿਲਾਂ ਵਾਰੀ ਸਿੰਗਲਾ ਦੀ ਆਈ। ਸਿਹਤ ਮੰਤਰੀ ਸੀ ਅਤੇ ਉਹ ਖਬਰ ਆਈ, ਖਬਰ ਤੋਂ ਬਾਅਦ ਤੁਰੰਤ 5-7 ਮਿੰਟਾਂ ਦੇ ਵਿੱਚ ਨੇਮ ਪਲੇਟ ਵੀ ਉਤਰ ਗਈ, ਪੁਲਿਸ ਵੀ ਪਹੁੰਚ ਗਈ, ਗ੍ਰਿਫਤਾਰੀ ਵੀ ਹੋ ਗਈ ਅਤੇ ਉਸ ਤੋਂ ਬਾਅਦ ਪੇਸ਼ ਕਰਕੇ ਰਿਮਾਂਡ ਵੀ ਲੈ ਲਿਆ ਗਿਆ। ਹੁਣ ਇਹ ਸਾਰੀ ਕਹਾਣੀ ਸਭ ਦੇ ਸਾਹਮਣੇ ਹੈ, ਪਰ ਚਰਚਾ ਹੈ ਕਿ ਇਸ ਤੋਂ ਬਾਅਦ ਕੌਣ। ਕੀ ਭਗਵੰਤ ਮਾਨ ਦੀ ਕੈਬਨਿਟ ਦੇ ਜਿਹੜੇ 2 ਹੋਰ ਮੰਤਰੀਆਂ ਬਾਰੇ ਗਲਿਆਰਿਆਂ 'ਚ ਵੀ ਚਰਚਾ, ਉਹਨਾਂ ਦੀ ਪਾਰਟੀ ਦੇ ਅੰਦਰ ਵੀ ਚਰਚਾ ਕਿ ਉਹਨਾਂ ਦੋਆਂ ਦੀ ਵਾਰੀ, ਜਾਂ 1-2 MLA ਦੀ ਚਰਚਾ ਉਹਨਾਂ ਦੀ ਵਾਰੀ, ਜਾਂ ਹੁਣ ਅਫਸਰ ਦੀ ਵਾਰੀ, ਜਾਂ ਅਕਾਲੀ ਕਾਂਗਰਸ ਦੀ ਵਾਰੀ। ਜੀ ਹਾਂ, ਅਕਾਲੀ ਕਾਂਗਰਸ ਪੰਜਾਬ ਦੇ ਵਿੱਚ ਲੰਮਾ ਸਮਾਂ ਰਾਜ ਕਰਨ ਵਾਲੀ ਧਿਰ, ਖਾਸ ਕਰਕੇ ਕੈਪਟਨ ਦੇ 2 ਕਾਰਜਕਾਲ, ਪਿਛਲਾ ਪੂਰਾ ਅਤੇ ਆ ਪੌਣੇ 5 ਸਾਲ, ਅਤੇ ਉਸ ਤੋਂ ਬਾਅਦ ਚੰਨੀ ਦੇ 3 ਮਹੀਨੇ, ਅਤੇ ਵਿਚਾਲੇ ਲਗਾਤਾਰ 10 ਸਾਲ ਅਕਾਲੀ ਦਲ ਦੇ। ਕਹਿੰਦੇ ਉਹ ਸਭ ਦੇ ਦਰਮਿਆਨ ਜਿਵੇਂ ਪੰਜਾਬ ਦਾ ਖਜ਼ਾਨਾ ਲੁੱਟਿਆ ਗਿਆ, ਜਿਵੇਂ ਪੰਜਾਬ ਨੂੰ ਖੁੱਡੇ ਲਾਇਆ ਗਿਆ, ਜਿਵੇਂ ਕਹਿੰਦੇ ਪੰਜਾਬ ਦੇ ਖਜ਼ਾਨੇ ਦਾ ਤਲਾ ਦਿਖਣ ਲਾ ਦਿੱਤਾ, ਪੰਜਾਬ ਦੇ ਸਿਰ 'ਤੇ ਲਗਾਤਾਰ ਕਰਜ਼ੇ ਦਾ ਬੋਝ ਵਧਿਆ, ਅਤੇ ਖੱਡਾਂ, ਬੱਸਾਂ, ਕੇਬਲ, ਰੁਜ਼ਗਾਰ, ਸਰਕਾਰੀ ਮਹਿਕਮੇ, ਸਰਕਾਰੀ ਇਮਾਰਤਾਂ ਅਤੇ ਚੀਚੀ ਚੋਂ ਕਮਿਸ਼ਨ, ਉਹ ਆਦਤ ਜਿਹੜੀ ਸਿੰਗਲੇ ਤੱਕ ਵੀ ਆਈ। ਕਹਿੰਦੇ ਕਿ ਉੱਥੇ ਤੱਕ ਵਾਰੀ ਆਏਗੀ। ਇੱਕ ਚਰਚਾ ਨਿਕਲ ਕੇ ਆ ਰਹੀ ਆ ਕਿ ਭਗਵੰਤ ਮਾਨ ਹੋਰਾਂ ਦੀ ਸਰਕਾਰ ਨੇ ਤੈਅ ਕੀਤਾ ਕਿ ਭਾਈ ਪਿਛਲੇ 20 ਸਾਲਾਂ ਦੇ ਕਾਰਜਕਾਲ ਦੇ ਸਭ ਦੇ ਪੋਤੜੇ ਫਰੋਲਾਂਗੇ, ਸਰਕਾਰਾਂ ਦੇ ਵੀ, ਮੰਤਰੀਆਂ ਦੇ ਵੀ, ਵਿਭਾਗਾਂ ਦੇ ਵੀ, ਅਫਸਰਾਂ ਦੇ ਵੀ, ਅਤੇ ਜਿਹਨੇ ਪੰਜਾਬ ਨੂੰ ਖਾਧਾ ਉਹਨੂੰ ਟੰਗਾਂਗੇ। ਸੋ ਕਹਿੰਦੇ ਕਿ ਸਰਕਾਰ ਦੇ ਅੰਦਰ ਫੈਸਲਾ ਹੋ ਗਿਆ, ਇੱਕ ਵਿਉਂਤਬੰਦੀ ਘੜ ਲਈ ਗਈ ਆ। ਪਰ ਉਸ ਤੋਂ ਪਹਿਲਾਂ ਕਹਿੰਦੇ ਕਿ ਭਗਵੰਤ ਮਾਨ ਹੋਰਾਂ ਨੇ ਇੱਕ ਨੀਤੀ ਤਿਆਰ ਕੀਤੀ ਕਿ ਇਸ ਤੋਂ ਪਹਿਲਾਂ ਕਿ ਦੂਜਿਆਂ ਨੂੰ ਹੱਥ ਪਾਈਏ, ਆਪਣਿਆਂ 'ਤੇ ਨਜ਼ਰ ਰੱਖੀਏ। ਅਤੇ ਕਹਿੰਦੇ ਜਦੋਂ ਆਪਣਿਆਂ 'ਤੇ ਨਜ਼ਰ ਰੱਖਣ ਦੀ ਵਾਰੀ ਆਈ ਤਾਂ ਕਹਿੰਦੇ 3 ਮੰਤਰੀਆਂ ਦੀਆਂ ਰਿਪੋਰਟਾਂ ਆਉਣ ਲੱਗੀਆਂ ਅਜਿਹੀਆਂ ਕਿ ਜੀ ਕੁਛ ਗੜਬੜ ਚੱਲ ਰਹੀ ਆ, ਕੁਛ ਖੇਡ ਚੱਲ ਰਿਹਾ, ਕੋਈ ਸ਼ੁਕਰਾਨਾ, ਕੋਈ ਕਮਿਸ਼ਨ, ਕੋਈ ਭਾਈਬੰਦੀ, ਕੋਈ ਹਿੱਸਾ। ਸੋ ਕਹਿੰਦੇ ਜਦੋਂ ਕਨਸੂਆਂ ਮਿਲਣ ਲੱਗੀਆਂ, ਕੋਈ ਫੈਸਲੇ ਕਰਾਉਣ ਦੇ ਨਾਂ 'ਤੇ ਪੈਸੇ ਲੈ ਲਓ, ਫਿਰ ਰੌਲਾ ਪੈ ਜਾਵੇ ਤਾਂ ਮੋੜ ਲਓ। ਸੋ ਜਦੋਂ ਇਹ ਚਰਚਾਵਾਂ ਚੱਲੀਆਂ ਤਦ ਕਹਿੰਦੇ ਉਸ ਤੋਂ ਬਾਅਦ ਫਿਰ ਕਿਤੇ ਨਾ ਕਿਤੇ ਤੈਅ ਹੋਇਆ ਕਿ ਪਹਿਲਾਂ ਵਾਰੀ ਆਪਣੇ ਘਰੋਂ ਸ਼ੁਰੂ ਕਰੋ, ਕਿਉਂਕਿ ਪੰਜਾਬ ਦੀ ਤਾਂ ਵੈਸੇ ਵੀ ਕਹਾਵਤ ਆ ਕਿ ਕਾਂ ਮਾਰ ਕੇ ਟੰਗਣਾ ਪੈਂਦਾ। ਸੋ ਇਸ ਲਈ ਇਹ ਕਾਂ ਮਾਰ ਕੇ ਟੰਗਣ ਵਰਗੀ ਕਹਿੰਦੇ ਕਵਾਇਦ ਸੀ ਕਿ ਉਹਨਾਂ ਨੇ ਆਪਣੇ ਘਰੋਂ ਸ਼ੁਰੂ ਕੀਤੀ, ਅਤੇ ਫਿਰ ਉਹਦੀ ਸਕ੍ਰਿਪਟ ਸਭ ਦੇ ਸਾਹਮਣੇ ਆ, ਜੋ ਭਗਵੰਤ ਮਾਨ ਉਹਨਾਂ ਨੇ ਦੁਹਰਾਈ ਜਾਂ ਸਾਂਝੀ ਕੀਤੀ ਕਿ ਮੈਨੂੰ ਪਤਾ ਲੱਗਦਾ, ਫਿਰ ਇੱਕ ਅਫਸਰ ਆਉਂਦਾ, ਉਹ ਜਾਣਕਾਰੀ ਸਾਂਝੀ ਕਰਦਾ, ਅਤੇ ਉਸ ਜਾਣਕਾਰੀ ਤੋਂ ਬਾਅਦ ਅਸੀਂ ਉਹਨੂੰ ਕਹਿੰਦੇ ਹਾਂ ਕਿ ਸਬੂਤ ਲੈ ਕੇ ਆਓ, ਉਹ ਰਿਕਾਰਡਿੰਗ ਲੈ ਕੇ ਆਉਂਦਾ, ਉਹ ਰਿਕਾਰਡਿੰਗ ਮੈਂ ਸੁਣਦਾ। ਉਸ ਤੋਂ ਬਾਅਦ ਮੰਤਰੀ ਨੂੰ ਸਵੇਰੇ ਬੁਲਾਇਆ ਜਾਂਦਾ, ਉਹਨੂੰ ਬੁਲਾ ਕੇ ਉਹ ਰਿਕਾਰਡਿੰਗ ਸੁਣਾਈ ਜਾਂਦੀ ਆ, ਉਹ ਸਫਾਈ ਦੇਣ ਲੱਗਦਾ। ਕਹਿੰਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਇੱਕੋ ਗੱਲ ਪੁੱਛਦੇ ਨੇ, ਹਾਂ ਜਾਂ ਨਾ 'ਚ ਦੱਸੋ ਆਵਾਜ਼ ਤੁਹਾਡੀ ਹੈ ਕਿ ਨਹੀਂ। ਉਹ ਹਾਂ ਕਹਿੰਦੇ ਨੇ, ਅਤੇ ਉਸ ਤੋਂ ਬਾਅਦ ਉਹਨਾਂ ਨੂੰ ਭੇਜ ਦਿੱਤਾ ਜਾਂਦਾ। ਅਤੇ ਫਿਰ ਕਹਿੰਦੇ ਕਿ 3 ਮਿੰਟ ਪਹਿਲਾਂ ਇੱਕ ਅਫਸਰ ਨੂੰ ਦੱਸਿਆ ਗਿਆ ਕਿ ਮੰਤਰੀ ਨੂੰ ਹਟਾਉਣ ਜਾ ਰਹੇ ਹਾਂ, ਕਾਰਵਾਈ ਆਹ ਕਰਨੀ ਆ। ਗੱਲ ਲੀਕ ਨਹੀਂ ਹੋਣ ਦਿੱਤੀ ਗਈ, ਅਤੇ ਉੱਧਰ ਜਦੇ ਤਖਤੀ ਵੀ ਹਟੀ, ਜਦੇ ਮੰਤਰੀ ਦੇ ਗ੍ਰਿਫਤਾਰੀ ਵੀ ਹੋਈ, ਅਤੇ ਮੰਤਰੀ ਨੂੰ ਕੋਰਟ 'ਚ ਲਿਜਾਇਆ ਵੀ ਗਿਆ। ਸਾਰਾ ਖੇਡ ਸਭ ਦੇ ਸਾਹਮਣੇ। ਉਸ ਤੋਂ ਬਾਅਦ ਪਰ ਹੁਣ ਮਸਲਾ
खड्डां दा भी है, मसला बसां दा भी है, मसला पंजाब दे कर्ज़िਆਂ ਦਾ भी है, मसला पंजाब दे वजीफिਆਂ ਦਾ भी है। लंबी सूची है जी, लंबी कहानी है। वो अज कोई वो चला रहा सीगा, कहंदा कि छोटे हुंदे सुणदे हुंदे सी कि भाई मामे नाल नहीं भाणजा पैंदा, जे मींह पैंदा होवे बिजली कड़कदी होवे बिजली गिर जाती है। सो आ 3 बिजलियां तो साडे सामने ने। कहंदे कि मामे भाणजे दा ही खेड सी। एक पहलां पवन बांसल दा नां चली जांदा सी कि वो भी जद टंगिया फसिया तो कहंदे ਉਹਦੇ ਵਿੱਚ भी भाणजे की भूमिका सी। फिर चरनी चन्नी वाला मामला भी चर्चा 'च है कि भाई जदों दिल्ली तो रेड वजी तो उस भी भाणजे दा, ते हुण सिंगला फसे कहंदे तां भी भाणजे की भूमिका। सो इसलिए कहंदे कि पर बाकियां ने किन्हां ने अपने साथी रखे सी, किन्हां ने रिश्तेदार रखे सी, किहड़े किहदे तरह खांदे सी, किवें खांदे सी, कहंदे उहदी पूरी फाइल तैयार हो रही आ। पर एक फाइल तां अमरिंदर भी कहंदे मेरे कोल तैयार आ। खुद भगवंत मान उन्होंने विच जिक्र किया। भगवंत मान कहंदे कि हुण सानूं कहणगे कि लो जी देखो, कहंदे सी भ्रष्टाचार खत्म करना, देखो कहंदे पर असीं कार्रवाई कीती। मैनूं पता लग्या कहंदे मैं कार्रवाई कीती। एक वो सरकार रही है पंजाब 'च कैप्टन अमरिंदर दी, जिहड़ी कहंदे कि कार्रवाई नहीं कर सकी, आप दम भरदी सी, आप कहंदी सी। अमरिंदर सिंह ने खुद कहा कि मैनूं पता सी मेरे 92% 98% पता नहीं किन्ने परसेंट, मतलब कि 100% वो कहना बाकी सी बस, कि सारे ही कहंदे माइनिंग माफीए 'च जां रिश्वतखोरी 'च ने। पर वो कह के सार गए, ना नहीं लए उन्होंने। की हुण वो ना मतलब कि उन्होंने तो वापस लैके भगवंत मान लैणगे कि वो फाइल हासिल की जाएगी। जे नवजोत सिद्धू मुख्य मंत्री नूं मिलण जा सकते हैं, कैप्टन भी आ जाण फाइल लैके दे देणगे, भाई मेतों तो कार्रवाई नहीं हुई, आ ना ने करो कार्रवाई। सो हो जावे उच सारा कुछ जांच कि किहदे महल नूं रंग होया ते किहने महल बनाए, किहदा सिस्मा बन गया है, किहदा ਉਹ ਦੂਜਾ ਕਿਹੜਾ ਹੈ ਉੱਥੇ ਸੁਖਵਿਲਾ ਬਣ ਗਿਆ। ਸੋ ਖੂਬ ਚਰਚਾਵਾਂ ਨੇ। ਸੋ ਉਹਦੀ ਜਾਂਚ ਹੋ ਜਾਵੇ, ਕਿਹਦੀਆਂ ਜ਼ਮੀਨਾਂ ਵਧੀਆਂ, ਕਿਹਦੇ ਖਾਤੇ ਵਧੇ, ਕਿਹਦੇ ਰਿਸ਼ਤੇਦਾਰਾਂ ਦੀ ਜਾਇਦਾਦ ਵਧੀ, ਜਾਂਚ ਹੋ ਜਾਵੇ। ਕਿਹਦਾ ਰਸੋਈਆ ਸੀ ਤੇ ਕਿਹਦਾ ਭਾਣਜਾ ਸੀ, ਹੋ ਜਾਵੇ ਜਾਂਚ। ਸੋ ਇਸ ਪਹਿਲੂ ਦੇ ਉੱਤੇ ਹੁਣ ਅਗਲੀ ਵਾਰੀ ਕਿਹਦੀ, ਕੀ ਅਗਲੀ ਵਾਰੀ ਪਹਿਲਾਂ ਭਗਵੰਤ ਦੀ ਕੈਬਨਿਟ 'ਚੋਂ ਆਏਗੀ, ਕੀ ਅਗਲੀ ਵਾਰੀ ਹੁਣ ਚਰਨਜੀਤ ਚੰਨੀ ਦੀ ਕੈਬਨਿਟ 'ਚੋਂ ਆਏਗੀ, ਕੀ ਅਗਲੀ ਵਾਰੀ ਹੁਣ ਕੈਪਟਨ ਅਮਰਿੰਦਰ ਦੀ ਕੈਬਨਿਟ 'ਚੋਂ ਆਏਗੀ, ਕੀ ਅਗਲੀ ਵਾਰੀ ਹੁਣ ਬਾਦਲਾਂ ਦੀ ਕੈਬਨਿਟ 'ਚੋਂ ਆਏਗੀ। ਕਿਸੇ ਨਾ ਕਿਸੇ ਦੀ ਤਾਂ ਵਾਰੀ ਆਏਗੀ। ਪਰ ਉਹ ਕੀ ਲੋਕ ਸਭਾ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਆਏਗੀ ਜਾਂ ਫਿਰ 2024 ਤੋਂ ਪਹਿਲਾਂ ਆਏਗੀ। ਫਿਲਹਾਲ ਕੈਬਨਿਟ ਦਾ ਵਿਸਤਾਰ ਨਹੀਂ ਕਰ ਰਹੇ ਭਗਵੰਤ ਮਾਨ। ਕੈਬਨਿਟ ਦੀ ਮੀਟਿੰਗ ਬੁਲਾਈ, ਉਹਦੇ ਵਿੱਚ ਕਹਿੰਦੇ ਕਿ ਇੱਕ ਤਾਂ ਇਹ ਕਿਹਾ ਕਿ ਹਲੇ ਵਿਸਤਾਰ ਨਹੀਂ, ਇੱਕ ਮੰਤਰੀ ਹੋਰ ਘੱਟ ਆ ਤਾਂ ਘੱਟ ਠੀਕ ਹੈ। ਕਈ ਤਾਂ ਨਾਂ ਤੈਅ ਕਰਕੇ ਗਏ ਸੀ ਅੰਦਰ ਕਿ ਇਹਦਾ ਸੁਝਾਅ ਦੇ ਦਿਆਂਗੇ ਇਹਦਾ। ਕਈਆਂ ਨੇ ਕਹਿੰਦੇ ਮੰਤਰੀਆਂ ਨੇ ਪਹੁੰਚ ਕੀਤੀ ਸੀ, ਬਾਈ ਸਾਡਾ ਨਾਂ ਅੱਗੇ ਕਰ ਦਿਓ। ਕੋਈ ਕਹਿੰਦਾ ਸੀ ਮੈਂ ਡਾਕਟਰ ਰਿਹਾ, ਉਹ ਕਹਿੰਦੇ ਪਹਿਲਾਂ ਵੀ ਡਾਕਟਰ ਸੀ। ਸੋ ਪਰ ਭਗਵੰਤ ਮਾਨ ਹੋਰਾਂ ਨੇ ਹਲੇ ਸਿਹਤ ਮੰਤਰਾਲਾ ਆਪਣੇ ਕੋਲ ਰੱਖਿਆ। ਫਿਲਹਾਲ ਵਿਸਤਾਰ ਨਹੀਂ ਕਰ ਰਹੇ ਕੈਬਨਿਟ ਦਾ। ਅਤੇ ਨਾਲ ਹੀ ਕਹਿੰਦੇ ਇੱਕ ਹੋਰ ਹਦਾਇਤ ਕੀਤੀ ਆਪਣੇ ਮੰਤਰੀਆਂ ਨੂੰ ਕਿ ਕਿਸੇ ਨੇ ਵੀ ਹੁਣ ਆਪਣੇ ਨਾਲ ਆਪਣਾ ਪਰਿਵਾਰਕ ਰਿਸ਼ਤੇਦਾਰ ਨਾਲ ਨਹੀਂ ਲਾਉਣਾ। ਕੋਈ OSD ਨਹੀਂ, ਕੋਈ ਸੈਕਟਰੀ ਨਹੀਂ, ਕੋਈ PA ਨਹੀਂ, ਕੋਈ ਭਾਣਜਾ, ਕੋਈ ਭਤੀਜਾ, ਕੋਈ ਚਾਚਾ, ਕੋਈ ਤਾਇਆ, ਕੋਈ ਰਿਸ਼ਤੇਦਾਰ, ਕੋਈ ਦੂਰ ਨੇੜੇ ਦਾ ਨਹੀਂ ਲਾਉਣਾ। ਇਹ ਵੀ ਹਦਾਇਤ ਹੋਈ ਆ। ਪਰ ਫਿਰ ਵੀ ਇੱਕ ਚਰਚਾ ਜਿਹੜੀ ਹੋਰ ਚੱਲਦੀ ਆ ਕਿ ਲਓ ਭਾਈ ਜਿਵੇਂ ਆਪਾਂ ਗੱਲ ਕੀਤੀ ਕਿ 3 ਨਾਂ ਜਿਹੜੇ ਕਹਿੰਦੇ ਕਿ ਮਾਮਾ ਭਾਣਜਾ, ਇਸੇ ਤਰ੍ਹਾਂ ਕਹਿੰਦੇ ਕਿ 3 ਮੰਤਰੀ ਅੱਜ ਕੱਲ੍ਹ ਅੰਦਰ ਨੇ, 3 ਸਾਬਕਾ ਹੋ ਗਏ ਹੁਣ ਤਾਂ। ਪਹਿਲਾਂ ਵਿਕਰਮ ਮਜੀਠੀਆ ਹਵਾਲਾਤੀ ਨੇ, ਅਜੇ ਨਾ ਸਜ਼ਾ ਹੋਈ ਹੈ ਨਾ ਬਰੀ ਹੋਏ ਨੇ, ਅਜੇ ਦੋਸ਼ਾਂ ਦੇ ਘੇਰੇ 'ਚ ਨੇ, ਦੋਸ਼ ਲੱਗੇ ਨੇ। ਜੇਕਰ ਉਸੇ ਤੱਥਾਂ ਦੇ ਆਧਾਰ 'ਤੇ ਕੱਲ੍ਹ ਕੋਈ ਫੈਸਲਾ ਆਉਂਦਾ ਜਿਹੜੇ ਦੋਸ਼ਾਂ 'ਤੇ ਲੱਗੇ ਨੇ ਤਾਂ ਸਜ਼ਾ ਵੀ ਹੋ ਸਕਦੀ ਹੈ। ਸੋ ਇਸ ਲਈ ਉਹ ਹਵਾਲਾਤੀ ਨੇ, ਪਰ ਪਟਿਆਲਾ ਜੇਲ੍ਹ 'ਚ ਨੇ, ਸਾਬਕਾ ਮੰਤਰੀ ਰਹੇ ਨੇ, ਸਾਬਕਾ MLA ਰਹੇ ਨੇ। ਉਸ ਤੋਂ ਬਾਅਦ ਨਵਜੋਤ ਸਿੱਧੂ, ਸਜ਼ਾ ਹੋਈ ਹੈ, 1 ਸਾਲ ਦੀ ਸਜ਼ਾ ਹੋਈ ਹੈ। ਕੁੱਟਮਾਰ ਦਾ ਮਾਮਲਾ ਸੀ ਉਸ ਪੁਰਾਣੇ 34 ਸਾਲ ਦੇ ਪੁਰਾਣੇ ਮਾਮਲੇ 'ਚ। ਸੋ ਕਹਿੰਦੇ ਕਿ ਘੱਟ ਕੇ 8 ਮਹੀਨੇ ਵੀ ਹੋ ਸਕਦੇ। ਫਿਲਹਾਲ ਹੁਣ ਜੇਲ੍ਹ ਦੀਆਂ ਫਾਈਲਾਂ ਤੋਂ ਮਿੱਟੀ ਝਾੜਨਗੇ। ਕਲਰਕ ਵਾਲੀ ਸੇਵਾ ਵੀ ਮਿਲੀ ਆ, ਉਹ ਚਾਰਟ ਵੀ ਬਣ ਗਿਆ, ਸੂਪ ਵੀ ਪੀਆ ਕਰਨਗੇ, ਨਾਲ ਉਹੀ ਜਿਹੀ ਡਾਈਟ ਵੀ ਮਿਲਣੀ ਆ, ਬਾਜਰੇ ਦੀ ਰੋਟੀ ਵਗੈਰਾ ਜੇ ਉਹ ਸਾਰਾ ਹੈ ਨਾ, ਤਾਂ ਕਿ ਉਹ ਕਹਿੰਦੇ ਕਿ ਦਿੱਕਤ ਆ ਉਹਨਾਂ ਨੂੰ, ਕੁਛ ਆਟੇ ਤੋਂ ਐਲਰਜੀ ਆ। ਪਰ ਹੁਣ ਕਲਰਕੀ ਦੀ ਸੇਵਾ ਵੀ ਮਿਲ ਗਈ ਕਿ ਨਾਲ ਕਲਰਕੀ ਵਾਲੀ ਫੈਕਟਰੀ 'ਚ ਨਹੀਂ ਕੰਮ ਕਰਨਾ, ਕਿਸੇ ਖੇਤਾਂ 'ਚ ਨਹੀਂ ਕੰਮ ਕਰਨਾ, ਹਾਂ ਕਲਰਕ ਵਜੋਂ। ਅਤੇ ਹੋਵੇ ਲੋੜ ਤਾਂ ਇਹ ਵੀ ਹੈ ਕਿ ਉਹਨਾਂ ਨੂੰ ਉਹਨਾਂ ਦੀ ਉੱਥੇ ਬੈਰਕ ਦੇ ਅੰਦਰ ਫਾਈਲਾਂ ਪਹੁੰਚਾ ਦਿੱਤੀਆਂ ਜਾ ਕਰਨਗੀਆਂ, ਉੱਥੇ ਜਿੰਨਾ ਸਮਾਂ ਲੱਗੇ ਉਹਨਾਂ ਕੰਮ ਕਰਕੇ ਦੇਣਗੇ। ਸੋ ਕਹਿੰਦੇ ਇਹ ਵੀ ਤੈਅ ਹੋ ਗਿਆ। ਪਰ ਉਹ ਵੀ ਮੰਤਰੀ ਰਹੇ ਨੇ। ਸੋ ਵਿਕਰਮ ਮਜੀਠੀਆ ਤੋਂ ਬਾਅਦ ਨਵਜੋਤ ਸਿੱਧੂ ਸਾਬਕਾ ਮੰਤਰੀ, ਉਹ ਵੀ ਜੇਲ੍ਹ 'ਚ ਨੇ। ਅਤੇ ਅੱਜ ਕੱਲ੍ਹ ਨਵੀਂ ਸਰਕਾਰ
ਤੇ ਨਵੇਂ ਮੰਤਰੀ 62 ਕੁ ਦਿਨ ਮੰਤਰੀ ਦਾ ਆਨੰਦ ਮਾਣਿਆ। ਲੰਮੇ ਸਮੇਂ ਬਾਅਦ ਮਾਨਸੇ ਨੂੰ ਵਾਰੀ ਮਿਲੀ ਸੀ ਤੇ ਕਹਿੰਦੇ ਕਿ ਹੁਣ ਉਹ ਵੀ ਅੰਦਰ। ਸੋ 3 ਮੰਤਰੀ ਸਾਬਕਾ ਅੰਦਰ ਨੇ ਤੇ ਹੁਣ ਚੌਥਾ ਕੌਣ, ਇਹ ਸਵਾਲ ਸਾਰਿਆਂ ਦੇ ਮਨ 'ਚ ਆ। ਤੇ 2 ਭਾਈ ਕਹਿੰਦੇ ਕਿ ਆਪਣੇ ਰਡਾਰ 'ਤੇ ਨੇ ਤੇ ਬਾਕੀ ਦਾ ਪਤਾ ਹੀ ਨਹੀਂ ਕਿੰਨੇ ਤੇ ਰਡਾਰ 'ਤੇ ਨੇ। ਪਤਾ ਨਹੀਂ ਹੁਣ ਕਿਹਦਾ ਕਾਂ ਪਹਿਲਾਂ ਮਾਰ ਲੈਣਾ ਅਗਲਿਆਂ ਨੇ। ਕਹਿੰਦੇ ਕਿ ਇੱਕ ਕਾਂ ਨਾਲ ਨਹੀਂ ਸਰਨਾ, ਕਈ ਕਾਂ ਮਾਰ ਕੇ ਟੰਗਣੇ ਪੈਣੇ, ਕਿਉਂਕਿ ਪੰਜਾਬ ਨੂੰ ਚੌ ਪਾਸਿਓਂ ਹਮਲਾ ਸੀ। ਪੰਜਾਬ ਦੀ ਫਸਲ ਦੇ ਉੱਤੇ, ਪੰਜਾਬ ਦੀ ਖੇਤ ਦੇ ਉੱਤੇ, ਪੰਜਾਬ ਦੇ ਬਾਗ ਦੇ ਉੱਤੇ ਕਈ ਪਾਸਿਓਂ ਹਮਲਾ ਸੀ, ਕਈ ਰਾਜਨੀਤਿਕ ਧਿਰਾਂ ਵੱਲੋਂ ਹਮਲਾ ਸੀ। ਉਹ ਸਾਰਿਆਂ ਦੇ ਕਾਂ ਮਾਰ ਕੇ ਟੰਗਣੇ ਪੈਣੇ ਆ। ਸੋ ਕਹਿੰਦੇ ਕਿ ਪਿਛਲੇ 20 ਸਾਲਾਂ ਦੀ ਜਾਂਚ ਪੜਤਾਲ ਦੀ ਤਿਆਰੀ ਹੋ ਗਈ ਆ। ਸੋ ਵਾਰੀ ਕਿਸੇ ਦੀ ਵੀ ਆ ਸਕਦੀ ਆ। ਚਲੋ 3 ਮੰਤਰੀਆਂ ਦੀ ਜੇ ਗੱਲ ਚੱਲੀ ਕਿ ਜੇਲ੍ਹ ਗਏ ਤਾਂ ਭਾਈ ਕਹਿੰਦੇ ਪੰਜਾਬ 'ਚ 3 ਸੀਟਾਂ 'ਤੇ ਜ਼ਿਮਨੀ ਚੋਣ ਵੀ ਤੈਅ ਆ। ਹੁਣ 3 ਕਿੱਥੋਂ ਹੋ ਗਈਆਂ ਜਨਾਬ? ਪਹਿਲੀ ਸੀਟ ਤਾਂ ਜਨਾਬ ਭਗਵੰਤ ਮਾਨ ਹੋਰਾਂ ਦੇ ਲੋਕ ਸਭਾ ਤੋਂ ਅਸਤੀਫਾ ਦੇਣ ਨਾਲ ਖਾਲੀ ਆ। ਭਗਵੰਤ ਮਾਨ ਹੋਰਾਂ ਨੇ ਜਦੋਂ ਮੁੱਖ ਮੰਤਰੀ ਦੇ ਲਈ MLA ਦੀ ਚੋਣ ਲੜੀ ਔਰ ਚੋਣ ਜਿੱਤੀ, ਚੋਣ ਜਿੱਤਣ ਤੋਂ ਬਾਅਦ ਉਹ ਮੁੱਖ ਮੰਤਰੀ ਬਣ ਗਏ ਅਤੇ ਉਹਨਾਂ ਨੇ ਫਿਰ ਉਹਦਾ ਛੱਡਿਆ ਲੋਕ ਸਭਾ ਦੀ ਮੈਂਬਰੀ ਦਾ। ਅਤੇ ਹੁਣ ਸੰਗਰੂਰ ਹਲਕੇ ਤੋਂ ਲੋਕ ਸਭਾ ਦੀ ਜ਼ਿਮਨੀ ਚੋਣ ਹੋਣੀ ਤੈਅ ਆ, ਜਿਹਦੇ ਲਈ ਦਾਅਵੇਦਾਰ ਖਾਸੇ ਲੰਬੇ ਨੇ। ਇੱਕ ਦਾਅਵੇਦਾਰ ਤਾਂ ਉਹਨਾਂ ਦੇ ਘਰ 'ਚੋਂ ਹੀ ਆ, ਕਹਿੰਦੇ ਕਿ ਭੈਣ, ਪੋਸਟਰ ਵੀ ਲੱਗ ਰਹੇ ਨੇ, ਚਰਚਾ ਵੀ ਹੋ ਰਹੀ ਹੈ, ਅਖਬਾਰਾਂ ਮੀਡੀਆ 'ਚ ਵੀ ਚਰਚਾ ਹੈ। ਸੋ ਭੈਣ ਦਾਅਵੇਦਾਰ। ਦੂਸਰਾ ਕਹਿੰਦੇ ਕਰਮਜੀਤ ਅਨਮੋਲ ਦਾ ਨਾਮ ਵੀ ਖੂਬ ਚੱਲੀ ਜਾਂਦਾ। ਕੁਝ ਮਿੱਤਰ ਚਾਹੁੰਦੇ ਨੇ ਕਿ ਭਾਈ ਤੁਹਾਡਾ ਖਾਸ ਮਿੱਤਰ ਹੈ, ਤੁਹਾਡੇ ਲਈ ਪ੍ਰਚਾਰ ਵੀ ਕਰਦਾ ਰਿਹਾ, ਲੋਕਾਂ ਚੰਗਾ ਨਾਮਣਾ ਵੀ ਆ, ਉਸੇ ਖੇਤਰ ਤੋਂ ਵੀ ਹੈ। ਸੋ ਕਰਮਜੀਤ ਅਨਮੋਲ। ਤੀਸਰੇ ਕਹਿੰਦੇ ਕਿ ਨਹੀਂ, ਕਿਸੇ ਵਰਕਰ ਨੂੰ ਦੇ ਦਿਓ, ਪਾਰਟੀ ਦੇ ਕਿਸੇ ਲੀਡਰ ਨੂੰ ਦਿਓ। ਅਤੇ ਇੱਧਰ ਕਹਿੰਦੇ ਕਿ ਇਹ ਹੁਣ ਮਤਲਬ ਕਿ ਪੁਸ਼ਟੀ ਕੋਈ ਨਹੀਂ ਕਰ ਰਿਹਾ, ਨਾ ਦਿੱਲੀ ਦੀ ਆਮ ਆਦਮੀ ਪਾਰਟੀ ਕਰੇ, ਨਾ ਪੰਜਾਬ ਦੀ ਆਮ ਆਦਮੀ ਕਰੇ, ਨਾ ਸਰਕਾਰ ਕਰੇ, ਪਰ ਇਹ ਚਰਚਾ ਨਿਕਲ ਕੇ ਅੰਦਰੋਂ ਪਾਰਟੀ 'ਚੋਂ ਆਈ ਆ ਕਿ ਭਗਵੰਤ ਮਾਨ ਹੋਰਾਂ ਨੇ ਕੇਜਰੀਵਾਲ ਨੂੰ ਸਲਾਹ ਦਿੱਤੀ ਆ ਕਿ ਤੁਸੀਂ ਉਹ ਲੜ ਲਓ ਜੀ। ਸਾਰੇ ਕਹਿੰਦੇ ਇਹ ਕੀ? ਕਹਿੰਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਅਰਵਿੰਦ ਕੇਜਰੀਵਾਲ ਨੂੰ ਸਲਾਹ ਦਿੱਤੀ ਕਿ ਸੰਗਰੂਰ ਹਲਕੇ ਤੋਂ ਲੋਕ ਸਭਾ ਦੀ ਚੋਣ ਤੁਸੀਂ ਲੜੋ। ਅਰਵਿੰਦ ਕੇਜਰੀਵਾਲ ਜੀ, ਤੁਹਾਨੂੰ ਮੈਂ ਜਿੰਨੀਆਂ ਵੋਟਾਂ ਨਾਲ ਮੈਂ ਜਿੱਤਾ ਰਿਹਾ ਉਹਦੇ ਨਾਲੋਂ ਵੱਧ ਨਾ ਜਿਤਾ ਕੇ ਭੇਜਾਂਗਾ। ਤੁਸੀਂ 2024 ਦੇ ਵਿੱਚ ਜੇਕਰ ਮਿਸ਼ਨ ਮੋਦੀ ਲੈ ਕੇ ਚੱਲਣਾ, ਮਿਸ਼ਨ ਦੇਸ਼ ਲੈ ਕੇ ਚੱਲਣਾ, ਜੇ ਆਮ ਆਦਮੀ ਪਾਰਟੀ ਨੂੰ ਰਾਸ਼ਟਰੀ ਪਾਰਟੀ ਵੱਲ ਲੈ ਕੇ ਚੱਲਣਾ ਕਿ ਅਸੀਂ ਦੇਸ਼ ਦੇ ਉੱਤੇ ਰਾਜ ਕਰਨਾ, ਤਾਂ ਕਹਿੰਦੇ ਹੁਣੇ 2022 'ਚ ਚਲੇ ਜਾਓ ਲੋਕ ਸਭਾ 'ਚ, ਸਾਹਮਣੇ ਤੋਂ ਟੱਕਰੋ ਅਤੇ ਅੰਦਰੋਂ ਬੈਠ ਕੇ ਬੋਲੋ। ਉੱਥੇ ਲੋਕ ਸਭਾ ਦੇ ਮੈਂਬਰਾਂ ਨਾਲ ਤਾਲਮੇਲ। ਉਦਾਹਰਨ ਵੀ ਕਹਿੰਦੇ ਦਿੱਤੀ ਆ ਕਿ ਦੇਖੋ ਜੀ, ਅਖਿਲੇਸ਼ ਵੀ ਤਾਂ, ਨਤੀਸ਼ ਹੋਰੀ ਵੀ ਤਾਂ ਹੈ, ਸ਼ਰਦ ਪਵਾਰ ਵੀ ਤਾਂ, ਮਮਤਾ ਵੀ ਤਾਂ ਹੈ। ਇਸ ਲਈ ਕਹਿੰਦੇ ਉਹ ਸਾਰੇ ਇੱਧਰ ਵੀ ਰਹੇ ਨੇ ਅਤੇ ਉੱਧਰ ਵੀ ਰਹੇ ਨੇ। ਸੋ ਇਸ ਲਈ ਕਹਿੰਦੇ ਤੁਸੀਂ ਵੀ ਇਹ ਪਹਿਲ ਕਦਮੀ ਕਰ ਲਓ ਕਿ ਠੀਕ ਹੈ, ਮੁੱਖ ਮੰਤਰੀ ਛੱਡੋ ਅਤੇ ਉੱਧਰ ਲੜੋ ਅਤੇ 2 ਸਾਲਾਂ ਦੇ ਵਿੱਚ ਆਪਣੀ ਕਾਰਜਸ਼ੈਲੀ ਵੀ ਦਿਖਾਓ, ਸਾਹਮਣੇ ਤੋਂ ਦਿਖਾਓ ਵੀ ਜਿਹੜਾ ਕਿਹਾ ਜਾਂਦਾ ਕਿ BJP ਦਾ ਕੋਈ ਬਦਲ ਨਹੀਂ, ਮੋਦੀ ਦਾ ਕੋਈ ਬਦਲ ਨਹੀਂ, ਕਹਿੰਦੇ ਉਹ ਬਦਲ ਵਜੋਂ ਤੁਸੀਂ ਆਪਣੇ ਆਪ ਨੂੰ ਪੇਸ਼ ਕਰੋ। ਇਹ ਫਾਰਮੂਲਾ ਸੁਝਾਇਆ। ਹੁਣ ਕਹਿੰਦੇ ਅਰਵਿੰਦ ਕੇਜਰੀਵਾਲ ਅਜੇ ਚੁੱਪ ਨੇ। ਉਹਨਾਂ ਨੂੰ ਸਮਝ ਨਹੀਂ ਆ ਰਿਹਾ ਹੋਣਾ ਕਿ ਮੇਰੇ ਲਾਹੇਵੰਦ ਫਾਰਮੂਲਾ ਕਿ ਮੈਨੂੰ ਟਰਕਾਇਆ ਜਾ ਰਿਹਾ, ਕਿ ਇੱਕ ਤੀਰ ਨਾਲ 2 ਨਿਸ਼ਾਨੇ ਕੀਤੇ ਜਾ ਰਹੇ ਨੇ। ਸੋ ਇਹ ਚਰਚਾਵਾਂ ਖੂਬ ਨੇ। ਸੋ ਇਹ ਸਭ ਦੇ ਦਰਮਿਆਨ ਹੀ ਇਸ ਲਈ 1 ਸੀਟ ਤਾਂ ਲੋਕ ਸਭਾ ਦੀ ਜ਼ਿਮਨੀ ਚੋਣ ਤੈਅ ਹੈ। ਦੂਜੀ ਕਹਿੰਦੇ ਹੁਣ ਸਿੰਗਲੇ ਵਾਲੀ, ਕਿ ਸਿੰਗਲੇ ਤੋਂ ਲਗਭਗ ਪਾਰਟੀ ਤੋਂ ਵੀ ਅਸਤੀਫਾ ਲੈ ਲਿਆ, ਮੰਤਰਾਲਾ ਵੀ ਲੈ ਲਿਆ ਅਤੇ FIR ਵੀ ਹੋ ਗਈ। ਇਸ ਲਈ ਵਿਧਾਇਕੀ ਤੋਂ ਵੀ ਜਾਏਗਾ ਅਤੇ ਹੋ ਸਕਦਾ ਉੱਥੇ ਜ਼ਿਮਨੀ ਚੋਣ ਹੋਵੇ। ਅਤੇ ਤੀਜੀ ਪਟਿਆਲਾ ਰੂਰਲ ਜੀ, ਪੇਂਡੂ ਖੇਤਰ ਤੋਂ, ਜਿੱਥੋਂ ਡਾਕਟਰ ਬਲਵੀਰ ਨੇ। ਸੋ 3 ਸਾਲ ਦੀ ਸਜ਼ਾ, ਉਹ ਕਹਿੰਦੇ 3 ਸਾਲ ਬੇਸ਼ੱਕ ਜ਼ਮਾਨਤ ਮਿਲ ਗਈ ਆ, ਅੱਗੇ ਪਾ ਸਕਦੇ ਨੇ, ਅਪੀਲ ਪਾਉਣਗੇ ਹਾਈ ਕੋਰਟ ਦੇ ਵਿੱਚ। ਸੋ ਪਰ ਉਹ ਤੋਂ ਪਹਿਲਾਂ ਕਹਿੰਦੇ ਕਿ ਸਜ਼ਾ ਤਾਂ 3 ਸਾਲ ਦੀ ਹੈ ਨਾ, ਇਸ ਲਈ ਹੋ ਸਕਦਾ ਕਿ ਉਹਨਾਂ ਦੀ ਵੀ ਮੈਂਬਰੀ ਜਾਂਦੀ ਰਹੇ, ਉਹਨਾਂ ਦੀ ਵੀ ਵਿਧਾਨ ਸਭਾ ਦੀ ਮੈਂਬਰੀ ਜਾਵੇ, ਤਾਂ 3 ਸੀਟਾਂ 'ਤੇ ਜ਼ਿਮਨੀ ਚੋਣ ਹੋਣਾ ਵੀ ਤੈਅ। ਸੋ ਪੰਜਾਬ 'ਚ ਖਾਸੀ ਉਤਲ ਫੁਤਲ ਹੋਣ ਵਾਲੀ ਆ। ਕਈ ਰਾਜ ਸਭਾ ਦੇ ਲਈ ਲਾਈਨ 'ਚ ਖੜ੍ਹੇ ਨੇ, ਕਈ ਲੋਕ ਸਭਾ ਦੀ ਜ਼ਿਮਨੀ ਚੋਣ। ਸਿਮਰਨਜੀਤ ਮਾਨ ਨੇ ਤਾਂ ਕਹਿ ਤਾ ਕਿ ਮੈਂ ਤਾਂ ਭਾਈ ਲੜਨਾ ਹੀ ਲੜਨਾ। ਅਕਾਲੀ ਦਲ ਅਤੇ ਪੰਥਕ ਧਿਰਾਂ ਬਾਕੀ ਸੋਚ ਲੈਣ ਕਿ ਮੈਨੂੰ ਸਮਰਥਨ ਦੇਣਾ ਕਿ ਨਹੀਂ ਦੇਣਾ। ਉੱਧਰ ਕਹਿੰਦੇ ਕਿ ਕਾਂਗਰਸ ਵੱਲੋਂ ਗੋਲਡੀ ਅਤੇ ਗਣੂਆ ਫਿੱਟ ਕਰਨ ਨੂੰ ਫਿਰਦੇ ਨੇ। ਕੁਝ ਕਹਿੰਦੇ ਵਿਜੇਂਦਰ ਸਿੰਗਲਾ ਬਾਰੇ ਸੋਚ ਰਹੇ ਨੇ। ਉੱਧਰ ਅਰਵਿੰਦ ਖੰਨੇ ਦਾ ਨਾਂ ਚੱਲੀ ਜਾਂਦਾ BJP ਵੱਲੋਂ, ਉਹ ਕਹਿੰਦੇ ਸੁਨੀਲ ਜਾਖੜ ਦਾ ਨਾਂ ਅੱਗੇ ਵਧਾਈ ਜਾਂਦੇ ਨੇ। ਸੁਨੀਲ ਜਾਖੜ ਰਾਜ ਸਭਾ ਜਾਣਾ ਚਾਹੁੰਦੇ ਨੇ। ਕਪਲ ਸਿੱਬਲ ਚਲੇ ਗਏ ਸਮਾਜਵਾਦੀ ਪਾਰਟੀ 'ਚੋਂ। ਕਪਲ ਦੇਵ ਕਹਿੰਦੇ ਆਮ ਆਦਮੀ ਪਾਰਟੀ 'ਚ ਹਰਿਆਣਾ ਚਿਹਰਾ ਬਣਨ ਲਈ ਤਿਆਰ ਸੀ, ਕਹਿੰਦੇ BJP ਨੇ ਪਟਾ ਲਿਆ ਕਿ ਅਸੀਂ ਤੈਨੂੰ ਭੇਜ ਦਿੰਦੇ ਹਾਂ। ਸੋ ਕਿੰਨਾ ਕੁਛ ਹੋਣਾ। ਸੋ ਇਹ ਸਭ ਦੇ ਦਰਮਿਆਨ ਪੰਜਾਬ ਦੇ ਸਿੰਗਲੇ ਦੀ ਛੁੱਟੀ ਸਭ ਤੋਂ ਵੱਧ ਚਰਚਾ ਵਿੱਚ ਹੈ, ਅਤੇ ਇਸ ਤੋਂ ਬਾਅਦ ਕਿਹਦੀ ਵਾਰੀ ਆਉਣੀ ਹੈ ਇਹਦੇ ਪਰ ਸਭ ਦੀ ਨਜ਼ਰ ਹੈ। ਤੈਅ ਜ਼ਰੂਰ ਹੈ ਜਨਾਬ ਕਿ ਵਾਰੀ ਹੁਣ ਵਾਲਿਆਂ 'ਚੋਂ ਵੀ ਕਿਸੇ ਦੀ ਆਉਣੀ ਆ, ਅਤੇ ਵਾਰੀ ਪੁਰਾਣੇ ਅਕਾਲੀ ਕਾਂਗਰਸੀਆਂ 'ਚੋਂ ਵੀ ਆਉਣੀ ਆ। ਕਿਹਦੀ ਪਹਿਲਾਂ ਆਉਂਦੀ ਹੈ ਇਸ ਪਰ ਦੇਖਦੇ ਹਾਂ। ਫਿਲਹਾਲ ਚਰਚਾ ਖੂਬ ਆ ਭਗਵੰਤ ਮਾਨ ਦੇ ਫੈਸਲੇ ਦੀ, ਪਰ ਨਾਲ ਇਹ ਚਰਚਾ ਵੀ ਚੱਲੀ ਜਾਂਦੀ ਹੈ ਕਿ ਭਾਈ ਸਕ੍ਰਿਪਟ ਦਿੱਲੀ ਤੋਂ ਤਾਂ ਨਹੀਂ ਕਿਤੇ ਲਿਖ ਕੇ ਆਈ। ਕਹਿੰਦੇ ਕਿ 2015 ਦੇ ਵਿੱਚ ਉਹਨਾਂ ਨੇ 1 ਮੰਤਰੀ ਇੱਦਾਂ ਹੀ ਹਟਾਇਆ ਸੀ ਆਪਣਾ, ਉਸੇ ਤਰ੍ਹਾਂ ਹੁਣ 2022 'ਚ ਇਹਨਾਂ ਨੇ ਹਟਾਇਆ। ਦਿੱਲੀ ਵਾਲੀ ਸਕ੍ਰਿਪਟ ਇੱਥੇ ਦੁਹਰਾਈ ਤਾਂ ਨਹੀਂ ਗਈ, ਇਹ ਵੀ ਚਰਚਾ ਹੈ। ਅਤੇ ਨਾਲ ਇਹ ਚਰਚਾ ਇਹ ਵੀ ਚੱਲੀ ਜਾਂਦੀ ਆ ਕਿ ਭਾਈ ਆਡੀਓ ਤਾਂ ਜਾਰੀ ਕਰ ਦਿਓ, ਕਿਤੇ ਛੋਟੇਪੁਰ ਵਾਲੀ ਨਾ ਹੋਵੇ।
कि छोटेपुर वाली ऑडियो हुण तक नहीं आई, दागी साबित हो गई सी। हुण ये ऑडियो जनतक कर देनी चाहिए है, जे सिंगला खुद मन गए ने मेरी आवाज़ आ तो जनतक कर देनी चाहिए है। सो ये भी चर्चावां ने कि किते सिर्फ अपनी दिख सुधारन लई, अपनी इमेज सुधारन लई आम आदमी पार्टी ने कोई दाता नहीं खेडिया, उहदे बारे भी खूब चर्चावां ने। चर्चा चलनी चाहिए, पर चर्चा एक असारू जेकर चले, दा असर जेकर थले तक जाए, अफसर अधिकारी मंत्री हुण कमीशन लैणों रिश्वत लैणों जे रुक जाण तो पंजाब दा भला ही भला। सो वेखदे रहो लिबरल TV पंजाबी, लोकां दी आवाज़ लोकां लई।